भी गुरु अर्जन देव जी ने उन्होंने जिथे उन्होंने सेवा तो खुश होकर भाई बहलो सब तो पहलों के खिताब नाल निवाजिया नाल नाल उन्होंने जिहड़ियां इहनूं गुप्त रूहां जां गुप्त फौजां कह दिंदे सी भूतां प्रेतां भी अपने पूरे आए आ सतगुरु छेवें पातशाह जी उदों भगते भी आए आ इहदा हवाला इतिहासकारां ने नाल दिता है। फिर 10वें पातशाह जी दीने कांगड़ तो जदों आए आ जफरनामा लिखते हैं तो पाउंटा साहब गए आ ते उत्थे फिर ਜਦੋਂ ਉਹਨਾਂ ਨੂੰ ਡਰ ਪੈ ਗਿਆ ਬਾਬੇ ਰਾਮ ਰਾਏ ਨੂੰ ਵੀ 10ਵੇਂ ਪਾਤਸ਼ਾਹ ਮੈਨੂੰ ਕੁਝ ਕਹਿਣਗੇ ਮੈਂ ਪੰਗਤੀ ਬਦਲੀ ਸੀ ਤੇ ਹੁਣ ਨੇੜੇ ਆ ਗਏ ਆ ਤੇ ਤਾਂ ਚਲੋ ਗੁਰੂ ਘਰ ਦੇ ਸਥਾਨ ਹੈ ਜਿੱਥੇ ਜਾਇ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜ ਜਿੱਥੇ ਬਾਬਾ ਪੈਰ ਤੇਰੀ ਪੂਜਾ ਆਸਣ ਥਾਪੇ ਸੋਆ। पंजाबी न्यूज़ ऑनलाइन देखते सारे दर्शकों का स्वागत। दोस्तों मैं सुखनैब सिंह सिद्धू अज तुहानूं एक इतिहासक मुकाम ते लैके चले हाँ। पंजाब जिहड़े भी पिंड जाने कोई ना कोई उहदा इतिहास है और बहुत सारा इतिहास वो है जिहड़ा सानूं पता नहीं साडे आंढ गुआंढ च है। भगता भाई का अपने करके मशहूर आ उहदे कई कारण ने। इस पिंड ने दुनिया दे विच एक परदम्मन सिंह दिता जिन्हें एशिया दे विच बहुत वड्डी पहचान बनाई। एथलीट सी खेडां दी दुनिया दे विच उन्हां दा करके भगता भाई का जानिया जाता है। पर उस तो पहलां जे इतिहास नूं देखते हैं लगभग 300-325 साल पहलां इत्थे एक होर करामात वापरदी है, एक कहानी जुड़ जाती है, एक इतिहास का सफ़ा सामने आता है। वो है भूतां वाला खूह। उस भूतां वाले खूह के उत्ते असीं खड़े हाँ। चर्चा तुसीं बहुत सुनी हो। अज वो भूतां वाला खूह भी दिखावांगे, उहदा इतिहास की है, उहदे नाल जुड़ी कहानी की है वो भी जानते हैं। ग्रंथी सिंह ਜਿਹੜੇ ਗੁਰੂ ਦੇ ਤਾਬਿਆਦਾਰ ਹੁੰਦੇ ਨੇ ਇਸ ਵਕਤ ਸਾਡੇ ਨਾਲ ਸ਼ਾਮਲ ਨੇ ਭਾਈ ਮਨਪ੍ਰੀਤ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਇਤਿਹਾਸ ਦੀ ਬਾਬਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਪ੍ਰੀਤ ਸਿੰਘ ਜੀ ਸਾਡਾ ਇਹ ਆਪਾਂ ਭਗਤੇ ਦੀ ਗੱਲ ਕਰ ਲਈਏ, ਬਠਿੰਡੇ ਜ਼ਿਲ੍ਹੇ ਦੀ ਕਰ ਲਈਏ ਜਾਂ ਸਾਰਾ ਇਹ ਏਰੀਆ, ਇੱਥੇ ਛੇਵੇਂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਜੀ। ਬਹੁਤ ਸਾਰੀਆਂ ਸ਼ਖਸੀਅਤਾਂ ਚਾਹੇ ਭਾਈ ਰੂਪੇ ਦੀ ਗੱਲ ਕਰ ਲਈਏ, ਭਾਈ ਰੂਪਚੰਦ ਦੇ ਨਾਂ ਤੇ ਵਰਸੋਇਆ ਜਾਂ ਭਗਤਾ ਭਾਈ ਕਾ ਜਾਂ ਹੋਰ। ਤੇ ਜਦੋਂ ਆਪਾਂ ਇੱਥੋਂ ਦੀ ਗੱਲ ਕਰਦੇ ਆ ਭੂਤਾਂ ਵਾਲੇ ਖੂਹ ਦੀ ਗੱਲ ਕਰਦੇ ਤੇ ਫਿਰ ਇਹਦਾ ਇਤਿਹਾਸ ਕੀ ਹੈ? ਇਹ ਜਿਹੜਾ ਭਗਤਾ ਭਾਈ ਕਾ ਜਿਹੜਾ ਨਾਮ ਹੈ ਜੀ, ਭਾਈ ਭਗਤਾ ਜੀ ਭਾਈ ਬਹਿਲੋ ਜੀ ਦੇ ਪੁੱਤਰੇ ਹੋਏ ਆ। ਭਾਈ ਬਹਿਲੋ ਜੀ ਦਾ ਜਿਹੜੀ ਬਖਸ਼ਿਸ਼ ਉਹਨਾਂ ਨੂੰ ਮਿਲੀ ਆ ਉਹ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਨਾਲ ਉਹਨਾਂ ਦਾ ਸੰਬੰਧ ਜੁੜਦਾ ਹੈ। ਭਾਈ ਬਹਿਲੋ ਸਭ ਤੋਂ ਪਹਿਲਾਂ ਫਫੜੇ ਭਾਈ ਕੇ ਬੁਢਲਾਡਾ ਨਜ਼ਦੀਕ ਉਹਨਾਂ ਦਾ ਪਿੰਡ ਹੈ। ਤਾਂ ਦਰਬਾਰ ਸਾਹਿਬ ਦੀ ਅੰਮ੍ਰਿਤ ਸਰੋਵਰ ਦੀ ਜਿਹੜੀ ਸੇਵਾ ਜਿੰਨੀ ਵੀ ਹੋਈ ਹੈ, ਪੱਕੀ ਉਸਾਰੀ ਦੀ ਸੇਵਾ ਦੇ ਵਿੱਚ ਸੇਵਾਦਾਰਾਂ ਦੇ ਵਿੱਚੋਂ ਸਾਰੀ ਮੁਕੰਮਲ ਸੇਵਾ ਦੇ ਵਿੱਚ ਉਹਨਾਂ ਨੂੰ ਪਹਿਲੇ ਸਥਾਨ ਤੇ ਜਾਣੀ ਕਿ ਕੱਢਿਆ ਗਿਆ ਹੈ। ਇੱਟਾਂ ਦੀ ਪਕਾਉਣ ਦੀ ਉਹਨਾਂ ਦੀ ਮਹਾਰਤ ਸੀ, ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ। ਤਾਂ ਭਾਈ ਭਗਤਾ ਜੀ ਉਹਨਾਂ ਦੇ ਪੁੱਤਰੇ ਆ। ਭਾਈ ਭਗਤਾ ਜੀ ਵੀ ਗੁਰੂ ਘਰ ਦੇ ਤਾਬਿਆਦਾਰ ਰਹੇ ਆ। ਤਾਂ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਇੱਕ ਬਖਸ਼ਿਸ਼ ਇਤਿਹਾਸ ਲਿਖਦਾ ਹੈ ਸੂਰਜ ਪ੍ਰਕਾਸ਼, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਆਪਾਂ ਕਹਿ ਦਿੰਦੇ ਆ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਉਹ ਕਹਿੰਦੇ ਵੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਜਿੱਥੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ ਬਹਿਲੋ ਸਭ ਤੋਂ ਪਹਿਲੋਂ ਦੇ ਖਿਤਾਬ ਨਾਲ ਨਿਵਾਜਿਆ। ਨਾਲ ਨਾਲ ਉਹਨਾਂ ਨੇ ਜਿਹੜੀਆਂ ਇਹਨੂੰ ਗੁਪਤ ਰੂਹਾਂ ਜਾਂ ਗੁਪਤ ਫੌਜਾਂ ਕਹਿ ਦਿੰਦੇ ਸੀ, ਭੂਤਾਂ ਪ੍ਰੇਤਾਂ ਵੀ ਆਪਣੇ ਆਮ ਲੋਕ ਕਹਿ ਦਿੰਦੇ ਆ, ਇਹਨਾਂ ਨਾਲ ਵੀ ਉਹਨਾਂ ਨੂੰ ਮਤਲਬ ਝੋਲੀ ਪਾਈਆਂ ਉਹਨਾਂ ਦੀ। ਤਾਂ ਉਹਨਾਂ ਦੇ ਪੋਤਰੇ ਨੇ ਇੱਥੇ ਆ ਕੇ ਸਤਿਗੁਰਾਂ ਦੇ ਹੁਕਮ ਅਨੁਸਾਰ ਹੀ ਇਹ ਭਗਤਾ ਨਗਰ ਵਸਾਇਆ, ਕਿਉਂਕਿ ਨਾਲ ਆਪਣੇ ਪਿਰਥੀ ਚੰਦ ਨੇ ਕੋਠਾ ਪਿੰਡ ਵਸਾਇਆ ਸੀ, ਜਿਹਨੂੰ ਬਾਅਦ ਵਿੱਚ 10ਵੇਂ ਪਾਤਸ਼ਾਹ ਜੀ ਦੇ ਚਰਨ ਪਾਉਣ ਕਰਕੇ ਕੋਠਾ ਗੁਰੂ ਕਾ ਕਿਹਾ ਜਾਣ ਲੱਗ ਪਿਆ। ਤਾਂ ਉਹਦੇ ਆ ਦੇਖੋ ਆ ਗੱਲ ਤੁਹਾਡੇ ਤੋਂ ਮੈਨੂੰ ਹੁਣੀ ਪਤਾ ਲੱਗ ਗਈ। ਹਾਲਾਂਕਿ ਆਪਣੇ ਇਤਿਹਾਸ ਦੇ ਗਵਾਂਢ 'ਚ ਬੈਠੇ ਹਾਂ ਅਸੀਂ, ਕੁਝ ਗੱਲਾਂ ਦਾ ਜਮਾ ਹੀ ਨਹੀਂ ਪਤਾ। ਹਾਂਜੀ ਹਾਂਜੀ, ਇਹ ਪਿਰਥੀ ਚੰਦ ਜੀ ਨੇ ਵਸਾਇਆ ਸੀਗਾ। ਤਾਂ ਉਹਨਾਂ ਦੇ ਕਰਕੇ ਫਿਰ ਪਹਿਲਾਂ ਉਹ ਕੋਠਾ ਸੀ, ਤਾਂ ਬਾਅਦ ਵਿੱਚ ਇਹ ਕੋਠਾ ਗੁਰੂ ਕਾ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੋ ਗਈ। 10ਵੇਂ ਪਾਤਸ਼ਾਹ ਜੀ ਉਹਦਾ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਜਦੋਂ ਭਾਈ ਭਗਤਾ ਜੀ ਨੇ ਨਗਰ ਵਸਾਇਆ ਤਾਂ ਇੱਥੇ ਫਿਰ ਪਾਣੀ ਦੀ ਕਿੱਲਤ ਸੀ। ਇੱਕ ਲਾਹੌਰ ਦਾ ਦੀਵਾਨ ਕਿਹਾ ਜਾਂਦਾ ਰਾਮੂ ਨਾਮ ਦਾ, ਉਹ 10ਵੇਂ ਪਾਤਸ਼ਾਹ ਜੀ ਕੋਲੇ ਲਾਹੌਰ ਗਿਆ। ਉੱਥੇ ਜਾ ਕੇ ਬੇਨਤੀ ਕੀਤੀ ਮੇਰੀ ਬੇਟੀ ਬਿਮਾਰ ਰਹਿੰਦੀ ਹੈ। ਆਪਣਾ ਸਾਈਕੋਲੋਜੀਕਲੀ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ ਮਾਨਸਿਕ ਬਿਮਾਰੀਆਂ, ਭਾਵੇਂ ਆਪਣੇ ਲੋਕ ਮਾਨਸਿਕ ਬਿਮਾਰੀ ਨੂੰ ਬਿਮਾਰੀ ਮੰਨਦੇ ਹੀ ਨਹੀਂ, ਆਪਾਂ ਫਿਜ਼ੀਕਲ ਬਿਮਾਰੀ ਹੈ ਸਭ ਤੋਂ ਵੱਡੀ ਮਾਨਸਿਕ ਬਿਮਾਰੀ ਹੈ। ਤਾਂ ਉਹਦੀ ਸਤਿਗੁਰੂ ਨੇ ਕਿਹਾ ਵੀ ਤੁਸੀਂ ਭਾਈ ਭਗਤਾ ਜੀ ਹੈ ਭਗਤੇ ਪਿੰਡ 'ਚ, ਉਹਨਾਂ ਨੂੰ ਨਾਲ ਲੈ ਕੇ ਜੋ ਉਹਨਾਂ ਨੂੰ ਬਖਸ਼ਿਸ਼ਾਂ ਸਾਡੀਆਂ ਸਾਰੀਆਂ ਕੀਤੀਆਂ ਹੋਈਆਂ। ਉਹ ਲਾਹੌਰ ਗਏ, ਰਾਮੂ ਜੀ ਨਾਲ ਲੈ ਕੇ
ਭਾਈ ਭਗਤਾ ਜੀ ਨੂੰ ਕਹਿੰਦੇ ਲਾਹੌਰ ਗਏ, ਉੱਥੇ ਉਹਨਾਂ ਦੀ ਬੇਟੀ ਰਾਜੀ ਹੋਈ। ਉਹਨਾਂ ਨੇ ਪੁੱਛਿਆ ਜੀ ਸੇਵਾ ਕੋਈ, ਤਾਂ ਫਿਰ ਭਾਈ ਭਗਤਾ ਜੀ ਨੇ ਕਿਹਾ ਵੀ ਸਾਨੂੰ ਆਪਦੇ ਗਊਆਂ ਚਾਰਨ ਲਈ, ਵੱਗ ਚਾਰਨ ਲਈ ਦੂਰ ਜਾਣਾ ਪੈਂਦਾ ਹੈ। ਨਵਾਂ ਨਗਰ ਵਸਿਆ ਸੀਗਾ, ਖੂਹ ਦੀ ਲੋੜ ਹੈ ਸਾਨੂੰ। ਉਹ ਕਹਿੰਦੇ ਇੰਨੀ ਵਾਟੋਂ ਇੱਟਾਂ ਤੇ ਚੂਨਾ ਮੈਂ ਭੇਂਟ ਤਾਂ ਕਰ ਦੂੰਗਾ ਜੀ, ਪਹੁੰਚਾਵਾਂਗੇ ਕਿਵੇਂ? ਉਹ ਕਹਿੰਦੇ ਲਿਜਾਣ ਦੀ ਜ਼ਿੰਮੇਵਾਰੀ ਸਾਡੀ ਹੈ, ਤੁਸੀਂ ਨਿਸ਼ਾਨੀ ਲਾ ਦਿਓ, ਜਿੰਨਾ ਭੇਂਟ ਕਰਨਾ ਅਸੀਂ ਆਪੇ ਲੈ ਜਾਵਾਂਗੇ। ਤਾਂ ਕਹਿੰਦੇ ਵੀ ਉਹਨਾਂ ਨੇ ਉੱਥੇ ਨਿਸ਼ਾਨੀਆਂ ਲਾਤੀਆਂ ਵੀ ਇਹਨਾਂ ਚੂਨਾ ਇੰਨੀਆਂ ਸਾਡੇ ਚੱਠੇ ਇੱਟਾਂ ਦੇ ਭੇਟ ਕੀਤੇ ਗੁਰੂ ਘਰ ਨੂੰ। ਤੇ ਰਾਤੋਂ ਰਾਤ ਉਹ ਕਹਿੰਦੇ ਲਿਆ ਕੇ ਵੀ ਇੱਥੇ ਖੂਹ ਪੱਟਿਆ ਵੀ, ਲਗਵਾ ਵੀ ਦਿੱਤਾ, ਚਿਣਿਆ ਵੀ ਗਿਆ ਤੇ ਮੌਣ ਬੰਨਣ ਵਾਲਾ ਰਹਿ ਗਿਆ ਸੀਗਾ। ਕਹਿੰਦੇ ਹੁੰਦੇ ਆ ਤੇ ਸਵੇਰ ਨੂੰ ਵੈਸੇ ਤਾਂ ਢੰਡੂਰਾ ਪਟਵਾਇਆ ਸੀ ਵੀ ਕੋਈ ਚੱਕੀ ਨਾ ਚਲਾਇਓ, ਦਿਨ ਨਾ ਚੜੇ, ਰਾਤੀ ਰਾਤ ਹੀ ਲਵਾਉਣਾ। ਸਵੇਰੇ ਕਿਸੇ ਬੀਬੀ ਨੂੰ ਕਹਿੰਦੇ ਹੁੰਦੇ ਸੁਣਦਾ ਨਹੀਂ ਸੀਗਾ ਤੇ ਉਹਨੇ ਚੱਕੀ ਚਲਾਤੀ ਤੇ ਖੂਹ ਬੰਨਾ ਰੋਕਿਆ। ਉੱਥੇ ਫਿਰ ਮੌਣ ਬਾਅਦ ਵਿੱਚ ਬੱਧੀ ਗਈ। ਸੋ ਇਹਨੂੰ ਆਪਾਂ ਜੇ ਦੇਖੀਏ ਵੀ ਇਹ ਭੂਤਾਂ ਨੇ ਕਰਤਾ ਹੋ ਜਾਏ ਆ, ਵੀ ਇਹਨੂੰ ਅਥੈਂਟਿਕ ਮੰਨ ਸਕਦੇ ਆ ਅਸੀਂ, ਜਾਂ ਫਿਰ ਕਿਤੇ ਇਤਿਹਾਸ ਜਿਵੇਂ ਤੁਸੀਂ ਤਾਂ ਸਮਝਦਾ ਮੈਂ ਕਿ ਤੁਸੀਂ ਤਾਂ ਜਿਵੇਂ ਪੜਿਆ ਅੱਗੇ ਉਵੇਂ ਸੁਣਾਤਾ, ਪਰ ਇਹਦੇ ਕੋਈ ਜਾਂ ਪੰਥ ਪ੍ਰਕਾਸ਼ ਆ ਉੱਤੇ ਤਾਂ ਕਈ ਸਵਾਲ ਖੜੇ ਹੁੰਦੇ ਨੇ। ਸੂਰਜ ਪ੍ਰਕਾਸ਼ ਤੇ ਤੇ ਕੋਈ ਹੋਰ ਇਤਿਹਾਸਕ ਹਵਾਲਾ ਵੀ ਮਿਲਦਾ ਜੀ ਇਹਦਾ? ਇਤਿਹਾਸਕ ਹਵਾਲੇ ਕੋਈ ਨਹੀਂ, ਦੰਦ ਕਥਾਵਾਂ ਜੀ ਬਹੁਤ ਸਾਰੀਆਂ ਸਾਡੇ ਇਤਿਹਾਸ ਦੇ ਵਿੱਚ। ਦੇਖੋ ਜੀ ਕਿੰਤੂ ਕਰਨ ਵਾਲੀ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪੰਜਾ ਲਾਉਣ ਤੇ ਵੀ ਕਿੰਤੂ ਅਗਲੇ ਕਰੀ ਜਾਂਦੇ ਆ, ਪਰ ਕਿੰਤੂ ਦੀ ਗੱਲ ਨਹੀਂ, ਸਾਡੇ ਇਤਿਹਾਸ ਦੀ ਕੋਈ ਮਤਲਬ ਗੱਲਾਂ ਕਰਦੇ ਆ ਭਾਵੇਂ ਗੁਰਬਾਣੀ ਦੇ ਵਿੱਚ। ਮੈਨੂੰ ਇੱਕ ਗੱਲ ਹੋਰ ਇਹ ਤੁਹਾਡੀ ਗੱਲ ਤੋਂ ਲੱਗੀ ਕਿ ਜਿਵੇਂ ਭਾਈ ਭਗਤਾ ਸੀ ਹਨਾ, ਉਹ ਸਾਈਕੋਲੋਜਿਸਟ ਵੀ ਹੋ ਸਕਦੇ ਬਹੁਤ ਵੱਡੇ, ਤੇ ਉਹਨੇ ਮਾਨਸਿਕ ਰੂਪ ਦੇ ਵਿੱਚ ਆਪਦੇ ਸੇਵਕਾਂ ਦੀ ਫੌਜ ਹੀ ਇਸ ਤਰੀਕੇ ਨਾਲ ਤਿਆਰ ਕਰਦੀ ਹੋਊਗੀ ਰਾਤੇ ਰਾਤ। ਹਾਂਜੀ, ਇਹ ਆਪਾਂ ਮੈਂ ਇਸ ਤਰ੍ਹਾਂ ਦੇ ਆਪਾਂ ਕਿਸੇ ਨੂੰ ਮਨਮਤ ਵਾਲੇ ਪਾਸੇ ਲਾਉਣ ਦੀ ਗੱਲ ਨਹੀਂ ਹੁੰਦੀਗੀ, ਕਿਉਂਕਿ ਦੇਖੋ ਗੁਰੂ ਘਰ ਚੋਂ ਹੀ ਬਖਸ਼ਿਸ਼ਾਂ ਲਈਆਂ। ਗੁਰੂ ਭਾਈ ਬਹਿਲੋ ਨੇ ਵੀ, ਭਾਈ ਭਗਤਾ ਜੀ ਨੇ ਵੀ ਉਹਨਾਂ ਤੋਂ ਬਖਸ਼ਿਸ਼ਾਂ ਲਈਆਂ। ਗੁਰੂ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾਗਾ। ਗੁਰਬਾਣੀ ਦੇ ਵਿੱਚ ਜਦੋਂ ਆਪਾਂ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਨੂੰ ਹੀ ਕਿਹਾ ਗਿਆ। ਕਈ ਕੋਟ ਭੂਤ ਪ੍ਰੇਤ, ਹੁਣ ਸੂਕਰ ਮਿਰਗਾਚ, ਕਸੂਰ ਵੀ ਬੰਦੇ ਨੂੰ ਮਹਾਰਾਜ ਕਹਿੰਦੇ ਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਹਾਂ, ਸਾਈਕੋਲੋਜਿਸਟ ਹੋ ਸਕਦੇ, ਜਿਵੇਂ ਤੁਹਾਡੀ ਗੱਲ ਹੈ, ਬਿਲਕੁਲ ਹੋ ਸਕਦਾ ਹੈ। ਗੁਰੂ ਦੀਆਂ ਆਪਾਂ ਅਰਦਾਸਾਂ, ਹਾਂ ਆਪਾਂ ਨਹੀਂ ਇੱਥੇ ਥੋੜੀਆਂ ਵੀ ਆਪਾਂ ਕਿਸੇ ਨੂੰ ਸਿਰ ਘੁਮਾਉਣ ਲਾਉਣਾ ਜਾਂ ਪੁੱਛਾਂ ਕੱਢਣ ਲਾਉਣਾ, ਇਹ ਗੱਲ ਨਹੀਂ ਹੈ। ਇੱਕ ਮਨ ਪ੍ਰਚਲਿਤ ਧਾਰਨਾ ਵੀ ਰਾਤੋਂ ਰਾਤ ਖੂਹ ਲੱਗ ਗਿਆ ਜਾਂ ਖੂਹ ਲਗਵਾਤਾ, ਅਕਸਰ ਕਿਸੇ ਗੱਲੋਂ ਤਾਂ ਨਾਮ ਪੈਂਦਾ ਹੈ। ਕੋਈ ਨਾ ਕੋਈ ਧਾਰਨਾ ਬਣੀ ਹੁੰਦੀ ਆ ਮਗਰ। ਇੱਕ ਵਾਰ ਜੀ ਮੈਨੂੰ ਮੌਕਾ ਮਿਲਿਆ ਸਰਦਾਰ ਪ੍ਰਦਮਨ ਸਿੰਘ ਹੋਰਾਂ ਦੇ ਉੱਤੇ ਲਿਖਣ ਦਾ, ਤੇ ਮੈਂ ਕਿਹਾ ਉਦੋਂ ਜਿਵੇਂ ਅੱਜ ਵੀ ਪ੍ਰਦਮਨ ਸਿੰਘ ਤੋਂ ਗੱਲ ਸ਼ੁਰੂ ਕੀਤੀ ਹੈ, ਮੈਂ ਯਾਰ ਭੂਤਾਂ ਵਰਗੇ ਬੰਦਿਆਂ ਨੇ ਕੰਮ ਨਾ ਕੀਤਾ ਹੋਵੇ, ਪਰ ਭੂਤਾਂ ਨੇ ਬੇਸ਼ੱਕ ਨਾ ਕੀਤਾ ਹੋਵੇ, ਬੰਦੇ ਹੀ ਭੂਤਾਂ ਵਰਗੇ ਆ ਹਨਾ। ਕਿਉਂਕਿ ਪ੍ਰਦਮਨ ਸਿੰਘ ਹੋਰਾਂ ਨੇ ਜਦੋਂ ਡਿਸਕਸ ਸੁੱਟੀ ਸੀਗੀ ਇੱਥੇ ਦੀ ਗੱਲ ਆ, ਜਦੋਂ ਆਰਮੀ ਦਾ ਕੈਂਪ ਲੱਗਿਆ ਹੋਇਆ ਸੀ, ਉਹਦੀ ਟ੍ਰੇਨਿੰਗ ਚੱਲਦੀ ਸੀ, ਉਸ ਵਕਤ ਉਹਨੇ ਡਿਸਕਸ ਸਿੱਟੀ, ਜਿੰਨੇ ਬਾਕੀ ਸਿੱਟਦੇ ਸੀ ਉਦੋਂ ਵੱਧ ਕਿਤੇ ਮਾਰੀ, ਔਰ ਕੁਝ ਨਹੀਂ ਜਾਣਦੇ ਸੀ। ਸੋ ਇਹੋ ਜਿਹੀਆਂ ਬਖਸ਼ਿਸ਼ਾਂ ਵਾਲੇ ਲੋਕ ਵੀ ਹੋ ਸਕਦੇ। ਬਿਲਕੁਲ, ਇਹਨਾਂ ਦਾ ਭਾਈ ਬਹਿਲੋ ਕਾ ਪਰਿਵਾਰ ਦਾ ਜਿਹੜਾ ਨਾ, ਤੁਹਾਨੂੰ ਅਸੀਂ ਵੀ ਉਹਨਾਂ ਦੇ ਪਰਿਵਾਰ ਚੋਂ, ਹੋਰ ਵੀ ਸਾਡੇ ਹੁਣ ਸਮੇਂ ਦੇ ਨਾਲ ਪੀੜ੍ਹੀ ਦੇ ਆਪਣੇ ਜੈਨੇਟਿਕਲੀ ਆਉਣ ਲੱਗ ਪਏ। ਆਪਣੇ ਕੱਦ ਛੋਟੇ ਆ, ਜਿਹੜੇ ਵੱਡੇ ਬਜ਼ੁਰਗਾਂ ਦੇ ਕੱਦ ਤੁਸੀਂ ਦੇਖਿਓ 6-6 ਫੁੱਟ ਤੋਂ ਉੱਤੇ ਆ। ਮੇਰੇ ਦਾਦਾ ਜੀ ਦਾ ਕੱਦ ਹੈ, ਹੋਰ ਸਾਡੇ ਇੱਥੇ ਪੁਰਾਣੇ ਬਜ਼ੁਰਗਾਂ ਦੇ ਕੱਦ ਬੜੇ ਬੜੇ ਕੱਦ ਹੈ ਜੀ ਉਹਨਾਂ ਦੇ। ਇਹ ਜਿੰਨੇ ਵੀ ਭਾਈ ਬਹਿਲੋ ਕੇ ਤਕਰੀਬਨ 28 ਪਿੰਡ ਹੈ ਪੂਰੇ ਪੰਜਾਬ ਦੇ ਵਿੱਚ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਭਾਈ ਬਹਿਲੋ ਕੇ ਪਰਿਵਾਰ ਚੋਂ, ਸਿੱਧੂ ਪਰਿਵਾਰ ਚੋਂ ਹੈ। ਹਾਂਜੀ, ਔਰ ਬਹੁਤ ਵੱਡੀਆਂ ਬਖਸ਼ਿਸ਼ਾਂ ਹੋ ਸਕਦੇ ਆ, ਬਿਲਕੁਲ ਹੋ ਸਕਦੇ ਆ। ਪਰ ਇੱਕ ਧਾਰਨਾ ਜਿਹੜੀ ਦੰਦ ਕਥਾ ਦੀ ਮੈਂ ਤੁਹਾਨੂੰ ਗੱਲ ਕਰਦਾ, ਗੁਰਬਾਣੀ ਮੁਤਾਬਕ ਇਹਨੂੰ ਆਪਾਂ ਉਹਦੇ ਮੁਤਾਬਕ ਨਹੀਂ, ਸਿਧਾਂਤਕ ਨਹੀਂ ਕਹਿੰਦੇ ਇਸ ਚੀਜ਼ ਨੂੰ। ਇਤਿਹਾਸਕਾਰ ਦੇ ਵਿੱਚ ਸੂਰਜ ਪ੍ਰਕਾਸ਼ ਦੇ ਵਿੱਚ ਜਿਵੇਂ ਆਪਾਂ ਗੱਲਾਂ ਕਰਦੇ ਆ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈ ਵਾਰੀ ਨਾ ਅਸੀਂ ਆਪਣੇ ਵੱਡਿਆਂ ਦੀ ਉਸਤਤ ਨੂੰ ਵਧਾ ਕੇ ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਆਪਾਂ ਗੱਲਾਂ ਕਰ ਲੈਂਦੇ ਹੁੰਦੇ ਆ ਕਈ ਵਾਰੀ। ਇਤਿਹਾਸਕਾਰਾਂ ਨੇ ਵੀ ਇਸ ਤਰ੍ਹਾਂ ਇਹ ਮੇਲਾ ਲੱਗਦਾ ਹੈ, ਇਹਦੇ ਆਪਾਂ ਇਤਿਹਾਸ ਤੋਂ ਜਦੋਂ ਗੱਲ ਆਉਂਦੀ ਸੀ, ਖੂਹ ਲੱਗ ਗਿਆ, ਉਸ ਤੋਂ ਬਾਅਦ ਦੇ ਵਿੱਚ ਅਗਲਾ ਇਤਿਹਾਸ ਕੀ ਹੈ ਜੀ? ਅਗਲਾ ਇਤਿਹਾਸ ਇਹ ਹੈ ਜੀ, ਉਸ ਤੋਂ ਪਹਿਲਾਂ ਤਾਂ 6ਵੇਂ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚ ਵਿਚਰੇ ਆ। ਉਸ ਦੌਰਾਨ ਜਦੋਂ ਦਿਆਲਪੁਰੇ ਆਏ ਆ ਸਤਿਗੁਰੂ 6ਵੇਂ ਪਾਤਸ਼ਾਹ ਜੀ, ਉਦੋਂ ਭਗਤੇ ਵੀ ਆਏ ਆ। ਇਹਦਾ ਹਵਾਲਾ ਇਤਿਹਾਸਕਾਰਾਂ ਨੇ ਨਾਲ ਦਿੱਤਾ ਹੈ। ਫਿਰ 10ਵੇਂ ਪਾਤਸ਼ਾਹ ਜੀ ਦੀਨੇ ਕਾਂਗੜ ਤੋਂ ਜਦੋਂ ਆਏ ਆ, ਜਫਰਨਾਮਾ ਲਿਖਦੇ ਆ, ਤਾਂ 3 ਦਿਨ ਫਿਰ ਉਹ ਪਹਿਲਾਂ ਇੱਥੇ ਆ ਕੇ ਖੂਹ ਤੇ ਪਹੁੰਚਦੇ ਆ। ਇੱਥੇ ਇੱਕ ਪਿੱਪਲ ਦਾ ਕਹਿੰਦੇ ਦਰਖਤ ਹੁੰਦਾ ਸੀਗਾ, ਉਹ ਪਿੱਪਲ ਥੇਲਾਂ ਆ ਕੇ ਬਰਾਜਦੇ ਆ। ਉਹ ਪੁੱਛਦੇ ਆ ਪਹਿਲਾਂ ਤਾਂ ਵੀ ਆ ਭਾਈ ਖੂਹ ਕੌਣ ਲਵਾ ਰਿਹਾ ਹੈ? ਵੈਸੇ ਇਤਿਹਾਸ ਦੇ ਬੋਲ ਇਹ ਹੈ ਲਾਉਣ ਲਵਾ ਰਿਹਾ ਹੈ। ਤਾਂ ਉਹ ਕਿਸੇ ਨੇ ਕਹਿਤਾ ਜੀ ਭਾਈ ਭਗਤੇ ਕੇ ਲਵਾ ਰਿਹਾ, ਭਾਈ ਬਹਿਲੋ ਕੇ ਲਵਾ ਰਿਹਾ ਕਹਿਤਾ ਹੋਣਾ। ਤਾਂ ਉਹ ਕਹਿੰਦੇ ਦਮ ਪਾਤਸ਼ਾਹਾਂ ਦੇ ਤੇ ਸਗੂਣ ਘਰਾਂ ਦਾ ਨਾ, ਮਤਲਬ ਵੀ ਬਖਸ਼ਿਸ਼ਾਂ ਗੁਰੂ ਘਰ ਦੀਆਂ ਤੇ ਨਾਮ ਕਹਿਣਾ ਤਾਂ ਇਹ ਚਾਹੀਦਾ ਸੀ, ਮਹਾਰਾਜ ਤੁਹਾਡੀ ਰਜਾ ਨਾਲ ਤੁਹਾਡੀ ਬਖਸ਼ਿਸ਼ ਨਾਲ ਲੱਗਦਾ। ਤਾਂ ਕਹਿਤਾ ਚਲੋ ਮਹਾਰਾਜ ਇੰਨੇ ਕੇ ਬਚਨ ਹੋਇਆ। ਤੇ ਜਦ ਨੂੰ ਗੁਰਦੁਆਰਾ ਮਹਿਲ ਸਾਹਿਬ ਆਪਣੇ ਨੇੜੇ, ਉੱਥੇ ਭਾਈ ਭਗਤਾ ਜੀ ਦਾ ਘਰ ਹੁੰਦਾ ਸੀ। ਉਹਨਾਂ ਦੇ 5 ਪੁੱਤਰ ਸੀ, ਭਾਈ ਤਾਰਾ, ਭਾਰਾ, ਮੇਰਾ, ਬਖਤਾ, ਗੁਰਦਾਸ। ਇਹਨਾਂ ਚੋਂ ਭਾਈ ਤਾਰਾ ਤੇ ਭਾਈ ਗੁਰਦਾਸ ਜਿਹੜੇ ਸੀ ਨਾ, ਉਹ 7ਵੇਂ ਪਾਤਸ਼ਾਹ ਨੇ ਜਦੋਂ ਬਾਬੇ ਰਾਮ ਰਾਏ ਨੂੰ ਦਿੱਲੀ ਭੇਜਿਆ ਸੀਗਾ ਜੀ, ਬਾਦਸ਼ਾਹ ਕੋਲੇ, ਔਰੰਗਜ਼ੇਬ ਕੋਲੇ ਗੁਰੂ ਘਰ ਦਾ ਪੱਖ ਰੱਖਣ ਲਈ, ਤੇ ਉੱਥੇ ਜਾ ਕੇ ਉਹਨੇ ਬਾਣੀ ਦੀ ਪੰਕਤੀ ਬਦਲਤੀ ਸੀ। ਤਾਂ ਨਾਲ ਇਹਨਾਂ ਖਾਸ ਦੋਵਾਂ ਭਰਾਵਾਂ ਨੂੰ ਵੀ ਭੇਜਿਆ ਸੀ।
ਆ ਤਾਂ ਬਹੁਤ ਕਮਾਲ ਦੀਆਂ ਗੱਲਾਂ ਨੇ ਜਿਹੜੀਆਂ ਸਾਹਮਣੇ ਨਹੀਂ ਆ ਸਕਦੀਆਂ ਹਾਂਜੀ ਇਹ ਵੀ ਜਿਹੜੇ ਹੁਣ ਦੇਖੋ ਇਹ ਗੱਲਾਂ ਜਿਹੜੀਆਂ ਸਾਡੇ ਕੋਲ ਆਉਂਦੀਆਂ ਜਿਹੜੀ ਦੀ ਆਪਾਂ ਹੁਣੇ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਵੀ ਕਿੰਤੂ ਹੁੰਦਾ ਫਿਰ ਉਸੇ ਨੇ ਤਾਂ ਸਾਡੀ ਝੁਲੀ ਵੀ ਗੱਲਾਂ ਵੀ ਪਾਈਆਂ। ਸਹੀ ਗੱਲ ਠੀਕ ਹੈ ਜੀ। ਜੇ ਕਿਤੇ ਹੋਰ ਆਪਾਂ ਗੱਲ ਕਰਦੇ ਆ ਵੀ 100 ਚੋਂ 5% ਉਹਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਾਰਾ ਠੀਕ ਹੈ, ਗਲਤ ਵੀ ਹੋ ਸਕਦਾ ਪਰ ਇਹੋ ਜਿਹੀਆਂ ਗੱਲਾਂ ਵੀ ਤਾਂ ਸਾਨੂੰ ਉੱਥੋਂ ਹੀ ਲੱਭੀਆਂ ਨਾ ਜੀ। ਸਹੀ ਗੱਲ ਜੇ ਭਾਈ ਸਾਹਿਬ ਜੀ ਨੇ ਉਹ ਕੁਰਬਾਨੀ ਨਾ ਕੀਤੀ ਹੁੰਦੀ ਸਾਡੇ ਪੱਲੇ ਆਹ ਗੱਲ ਵੀ ਨਾ ਪੈਂਦੀ। ਅੱਛਾ ਦੋਨੇ ਉਹ ਭਰਾ ਭਾਈ ਤਾਰਾ ਜੀ ਤੇ ਭਾਈ ਗੁਰਦਾਸ ਜੀ ਦਿੱਲੀ ਵੀ ਗਏ ਆ। ਦਿੱਲੀ ਤੋਂ ਬਾਅਦ ਉਹਨਾਂ ਨੂੰ ਦੇਹਰਾਦੂਨ ਜਿੱਥੇ ਆ ਬਾਬਾ ਰਾਮ ਰਾਏ ਦਾ ਡੇਰਾ ਕਹਿ ਦਿੰਦੇ ਆ, ਜਿੱਥੇ ਆਪਣਾ ਸੰਸਕਾਰ ਕਰੀਦਾ ਉੱਥੇ ਆਪਣੇ ਸਮਾਧ ਬਣਾ ਦਿੰਦੇ ਆ, ਉਹਨੂੰ ਦੇਹਰਾ ਜਾਂ ਡੇਰਾ ਬੋਲਦੇ ਆ। ਡੇਹਰਾਦੂਨ ਤੋਂ ਅੱਜ ਕੱਲ੍ਹ ਆਪਾਂ ਉਹਨੂੰ ਦੇਹਰਾਦੂਨ ਕਹਿੰਦੇ ਆ। ਉੱਥੇ ਰਹਿੰਦੇ ਰਹੇ। 10ਵੇਂ ਗੁਰੂ ਜੀ ਜਦੋਂ ਪਾਉਂਟਾ ਸਾਹਿਬ ਗਏ ਆ ਤੇ ਉੱਥੇ ਫਿਰ ਜਦੋਂ ਉਹਨਾਂ ਨੂੰ ਡਰ ਪੈ ਗਿਆ ਬਾਬੇ ਰਾਮ ਰਾਏ ਨੂੰ ਵੀ 10ਵੇਂ ਪਾਤਸ਼ਾਹ ਮੈਨੂੰ ਕੁਝ ਕਹਿਣਗੇ, ਮੈਂ ਪੰਗਤੀ ਬਦਲੀ ਸੀਗੀ ਤੇ ਹੁਣ ਨੇੜੇ ਆ ਗਏ ਆ ਤੇ ਬੜੇ ਯੋਧੇ ਆ, ਉਹਨਾਂ ਨੇ ਤਾਂ ਆਪਾਂ ਨੂੰ ਬਖਸ਼ਣਾ ਨਹੀਂ। ਮਹਾਰਾਜ ਵੀ ਜਾਣ ਵੀ ਡਰ ਗਿਆ ਬਾਬਾ ਰਾਮ ਰਾਏ, ਉਹਨਾਂ ਦਾ ਭਤੀਜਾ ਲੱਗਦਾ ਸੀ। ਬਾਬਾ ਰਾਮ ਰਾਏ ਗੁਰੂ ਗੋਬਿੰਦ ਸਿੰਘ ਜੀ ਦਾ ਭਤੀਜਾ ਲੱਗਦਾ ਸੀ। ਤੇ ਮਹਾਰਾਜ ਨੇ ਸੋਚਿਆ ਵੀ ਕਿਉਂ ਐਵੇਂ ਡਰਾਉਣਾ, ਘਰ ਦੇ ਬੰਦੇ ਆ। ਤੇ ਫਿਰ ਉਹਨਾਂ ਨੇ ਆਪਦੇ ਮਸੰਦ ਭਾਈ ਨੰਦ ਚੰਦ ਜੀ ਨੂੰ ਤੇ ਇੱਕ ਉਹਨਾਂ ਦਾ ਭਾਈ ਦਇਆ ਰਾਮ ਪ੍ਰੋਤ ਸੀ, ਉਹਨਾਂ ਨੂੰ ਭੇਜਿਆ ਵੀ ਤੁਸੀਂ ਉਹਨਾਂ ਨੂੰ ਕਹੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਉਦੋਂ ਪਹਿਲਾਂ ਬਾਬਾ ਰਾਮ ਰਾਏ ਡਰਿਆ ਹੋਇਆ ਆਪਦਾ ਛੱਡ ਕੇ ਜਾਣ ਨਹੀਂ ਫਿਰਦਾ ਸੀ ਉਹ ਸਥਾਨ ਵੀ ਆਪਾਂ ਦੂਰ ਨੇੜੇ ਨਿਕਲ ਜਾਓ ਫਿਰ ਕਿਤੇ ਆ ਜਾਾਂਗੇ। ਤਾਂ ਭਾਈ ਗੁਰਦਾਸ ਨੇ ਕਿਤੇ ਕਹਿਤਾ, ਕਹਿੰਦੇ ਮਹਾਰਾਜ ਬਾਬਾ ਜੀ ਕਹਿੰਦੇ ਪਹਿਲੀ ਗੱਲ ਤਾਂ ਗੁਰੂ ਸਾਹਿਬ ਆਉਂਦੇ ਨਹੀਂ, ਜੇ ਆ ਗਏ ਕਹਿੰਦੇ ਮੇਰਾ ਭਰਾ ਤਾਰਾ ਬੜਾ ਧਨੁਖਧਾਰੀ ਹੈ, ਕਹਿੰਦੇ ਇਹ ਉਹਨਾਂ ਨੂੰ ਮੁਕਾਬਲਾ ਕਰੂਗਾ। ਉਹ ਮਹਾਰਾਜ ਨੇ ਯਾਦ ਰੱਖੀ ਗੱਲ, ਉਹਨੇ ਜਾਣੀ ਜਾਣ ਸੀ, ਉਹਨਾਂ ਨੇ ਜਾਣੀ ਕਿ ਉਹਨਾਂ ਨੂੰ ਬਚਨ ਉਹਨਾਂ ਦੇ ਧਿਆਨ 'ਚ ਆ ਗਿਆ ਵੀ ਆਹ ਗੱਲ ਭਾਈ ਗੁਰਦਾਸ ਕਹਿੰਦਾ ਭਾਈ ਭਗਤੇ ਕਾ। ਜਦੋਂ ਬਾਅਦ ਵਿੱਚ ਜਾ ਕੇ ਸਬੱਬ ਬਣਦਾ ਮਹਾਰਾਜ ਨੇ ਚਲੋ ਦੋ ਤਾਂ ਰਖਵਾਲੇ, ਜਦੋਂ ਬਾਬੇ ਰਾਮ ਰਾਏ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਮੁਲਾਕਾਤ ਹੁੰਦੀ ਹੈ ਨਦੀ ਦੇ ਵਿੱਚ, ਤਾਂ ਪਹਿਲਾਂ ਮਹਾਰਾਜ ਫਿਰ ਭਾਈ ਗੁਰਦਾਸ ਨੂੰ ਪੁੱਛਦੇ, ਕਹਿੰਦੇ ਤੇਰਾ ਭਾਈ ਕਿੱਥੇ ਆ, ਲੈ ਕੇ ਆ ਤੇਰੇ ਭਾਈ ਨੂੰ ਮਿਲ ਗਏ। ਭਾਈ ਤਾਰੇ ਨੂੰ ਗਏ ਫਿਰ ਮਾਫੀ ਮੰਗੀ, ਨਹੀਂ ਮਹਾਰਾਜ ਬਖਸ਼ਿਸ਼ਾਂ ਤਾਂ ਛੁੱਟ ਗਈਆਂ। ਕਹਿਣ ਦਾ ਭਾਵ ਹੈ ਵੀ ਇਹ ਇਕੱਲਾ ਭਾਈ ਭਗਤੇ ਤੱਕ ਨਹੀਂ ਰੁਕ ਗਿਆ, ਇਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰਿਹਾ। ਬਾਬਾ ਰਾਮ ਰਾਏ ਤਾਂ ਬਾਅਦ ਵਿੱਚ ਮਸੰਦਾਂ ਨੇ ਮਾਰਤਾ, ਭਾਈ ਗੁਰਦਾਸ ਗੁਰੂ ਗੋਬਿੰਦ ਸਿੰਘ ਜੀ ਦੇ ਟੱਚ ਵਿੱਚ ਆ ਗਏ, ਉਹਨਾਂ ਦੀ ਸ਼ਰਨ 'ਚ ਜਾਵੜੇ ਗਏ, ਉਹਨਾਂ ਦੀ ਸੰਗਤ 'ਚ ਚਲੇ ਗਏ। ਤਾਂ ਸਾਡੀ ਇਹ ਮਾਨਤਾ ਹੈ ਜਿਹੜੀ 41ਵੀਂ ਵਾਰ 41ਵੀਂ ਵਾਰ ਪੜ੍ਹਦੇ ਹਾਂ ਨਾ ਆਪਾਂ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਭਾਈ ਗੁਰਦਾਸ ਭਗਤੇ ਕਾ। ਕਿਉਂਕਿ ਆਪਣੇ ਇਤਿਹਾਸਕਾਰ ਸਾਰੇ ਲਿਖ ਦਿੰਦੇ ਭਾਈ ਗੁਰਦਾਸ ਦੂਜਾ, ਉਹ ਦੂਜਾ ਕੌਣ ਹੈ? ਬਹੁਤ ਫਰਕ ਹੈ ਜੀ, ਉੱਥੇ ਸਮੇਂ ਦਾ ਫਰਕ ਆ ਗਿਆ। ਨਹੀਂ ਪਹਿਲਾਂ ਤਾਂ ਗੁਰੂ ਅਰਜਨ ਹੋ ਹੀ ਗਏ, ਹੈ ਤਾਂ ਦੂਜੇ ਇਹ, ਪਰ ਇਹ ਦੂਜੇ ਕੌਣ ਇਹ ਕੋਈ ਨਹੀਂ ਦੱਸਦਾ। ਇਤਿਹਾਸਕਾਰਾਂ ਨੇ ਕਹਤਾ ਨਹੀਂ ਜੀ ਭਗਤੇ ਕਾ ਗੁਰਦਾਸ ਨਹੀਂ, ਫਿਰ ਹੋਰ ਕਿਹੜਾ ਗੁਰਦਾਸ ਹੈ। ਜਾਣੀ ਕਿ ਅਸੀਂ ਸਾਡਾ ਸਮਝਣਾ ਇਹ ਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਭਾਈ ਭਗਤੇ ਦਾ ਪੁੱਤਰ ਹੀ ਗੁਰਦਾਸ ਹੈ, ਜਿਹਨੇ 41ਵੀਂ ਵਾਰ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਵਾਲੀ ਲਿਖੀ ਹੈ। ਹਾਂਜੀ। ਤੇ ਇੱਥੇ ਕੋਈ ਯਾਦਗਾਰੀ ਸਮਾਗਮ ਹੁੰਦੇ ਨੇ, ਮੇਲਾ ਲੱਗਦਾ ਹੈ ਜਾਂ ਹਾਂਜੀ ਹੋਰ ਕੋਈ ਮਾਨਤ ਮਨੌਤ ਕੀ ਚੱਲ ਰਿਹਾ? 18 19 20 ਫਰਵਰੀ ਦਾ ਸਾਲਾਨਾ ਮੇਲਾ ਦਾ ਦਿਨ ਰੱਖਿਆ ਹੋਇਆ ਹੈ। ਉਹ ਵੈਸੇ ਕੋਈ ਦਿਨ ਖਾਸ ਤੌਰ ਤੇ ਨਹੀਂ, ਵੈਸੇ ਜਿਹਨਾਂ ਸੰਗਤਾਂ ਨੂੰ ਠੀਕ ਲੱਗਿਆ ਉਹ ਰੱਖਿਆ। ਵੈਸੇ ਗੁਰੂ ਸਾਹਿਬ ਜੀ ਦੇ ਆਉਣ ਦਾ ਅਸੀਂ ਮੰਨਦੇ ਹਾਂ ਵੀ 21 22 23 ਪੋਹ ਹੋ ਸਕਦਾ ਹੈ। ਜੇ ਆਪਾਂ ਇੱਕੋ 6-7 ਪੋਹ ਨੂੰ ਕਿਲੇ ਦੀ ਛੱਡ ਕੇ ਮਹਾਰਾਜ ਜੇ 30 ਪੋਹ ਨੂੰ ਖਿਦਰਾਣੇ ਦੀ ਢਾਬ ਦਾ ਜੰਗ ਕਰਦੇ ਆ ਤੇ 1 ਮਾਘ ਨੂੰ ਉੱਥੇ ਸੰਸਕਾਰ ਕਰਦੇ ਆ, ਤਾਂ ਗੁਰੂ ਸਾਹਿਬ ਦੇ ਇੱਥੇ ਪਹੁੰਚਣ ਦੀ ਜਿਹੜੀ ਤੇ ਰਹਿਣ ਦੀ ਤਰੀਕ 21 22 23 ਪੋਹ ਬਣਨੀ ਚਾਹੀਦੀ ਹੈ। ਉਹ ਜਨਵਰੀ ਦਾ ਪਹਿਲਾ ਹਫਤਾ ਹੋ ਸਕਦਾ। ਹਾਂਜੀ, ਤਾਂ ਅਸਲ ਦਿਨ ਤਾਂ ਇਹ ਬਣਨੇ ਚਾਹੀਦੇ। ਚਲੋ ਉਦੋਂ ਫਿਰ ਠੰਡ ਕਰਕੇ ਵੀ ਆਪਾਂ ਦੇਖਦੇ ਕੱਤਕ ਕੇ ਵਿਸਾਖ ਵਾਲਾ ਵੀ ਵਿਸਾਖ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ ਆਪਾਂ ਕੱਤਕ ਵਿੱਚ ਮਨਾਉਣ ਲੱਗ ਪਏ ਹਾਂ। ਇਹ ਗੱਲਾਂ ਸਹੂਲਤ ਮੁਤਾਬਕ ਸਮੇਂ ਮੁਤਾਬਕ ਸੰਗਤ ਬਦਲ ਲੈਂਦੇ ਆ, ਲੋਕ ਬਦਲ ਲੈਂਦੇ ਆ। ਤਾਂ ਇੱਥੇ ਫਿਰ ਮਾਨਤਾ ਤਾਂ ਚਲੋ ਗੁਰੂ ਘਰ ਦੇ ਸਥਾਨ ਹੈ ਜਿੱਥੇ ਜਾਇ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਸਥਾਨ ਥਾਪਣ ਪੂਜਣ ਯੋਗ ਬਣੀ ਜਾਂਦੇ ਆ। ਇਸ ਖੂਹ ਦੀ ਵੀ ਲੋਕਾਂ ਦੀ ਮਾਨਤਾ ਬਹੁਤ ਹੈ। ਇੱਥੇ ਗੁਰੂ ਘਰ ਨਾਲ ਸਥਾਪਿਤ ਹੈ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਦਾ। ਪਹਿਲਾਂ 2 ਹੁੰਦਾ ਸੀ, ਮੰਜੀ ਸਾਹਿਬ ਅਲੱਗ ਸੀ 6ਵੇਂ ਪਾਤਸ਼ਾਹ ਜੀ ਦਾ, 10ਵੇਂ ਪਾਤਸ਼ਾਹ ਜੀ ਦਾ ਦਰਬਾਰ ਅਲੱਗ ਸੀ। ਹੁਣ ਇੱਕ ਹੈ ਤੇ ਇਧਰ ਗੁਰਦੁਆਰਾ ਮਹਿਲ ਸਾਹਿਬ ਹੈ ਜਿੱਥੇ 10ਵੇਂ ਪਾਤਸ਼ਾਹ ਜੀ ਕਹਿੰਦੇ 3 ਦਿਨ ਠਹਿਰ ਕੇ ਗਏ ਆ। ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਘੋੜਾ, ਭਾਈ ਭਗਤਾ ਜੀ ਦੇ 5 ਪੁੱਤਰਾਂ ਨੇ ਘੋੜਾ ਭੇਟ ਕੀਤਾ। ਕਿਹਾ ਜਾਂਦਾ ਵੀ ਉਹ ਪਰਿਵਾਰ ਵੀ 2 ਪਰਿਵਾਰ ਸੀ, ਬਾਅਦ ਵਿੱਚ ਮਹਾਰਾਜ ਕਹਿੰਦੇ ਵੀ ਸੁਲ੍ਹਾ ਕਰੋਗੇ ਤਾਂ ਰਹਾਂਗੇ, ਇੱਕ ਪਰਿਵਾਰ ਬਣੋ। ਜੇ ਗੁਰੂ ਘਰ ਦੇ ਪਰਿਵਾਰ ਹੀ ਗੁਰੂ ਘਰ ਨੂੰ ਮੰਨਣ ਵਾਲੇ ਅੱਡੋ ਅੱਡ ਰਹਿਣ ਲੱਗ ਪਏ ਤਾਂ ਫਿਰ ਤਾਂ ਗੱਲ ਠੀਕ ਨਹੀਂ, ਇੱਕ ਥਾਂ ਤੇ ਰਹੋ। ਤੇ ਇਹ ਆਪਾਂ ਇੱਕ ਲਾਸਟ ਗੱਲ 'ਚ ਹੀ ਮੁਕਾ ਦਈਏ ਕਿ ਕਾਫੀ ਕੁਝ ਲਿਖਿਆ ਹੋਇਆ। ਸਾਡਾ ਬਹੁਤ ਸਾਰਾ ਕੁਝ ਇਸੇ ਕਰਕੇ ਮਾਰਬਲ ਦੀ ਭੇਂਟ ਹੀ ਚੜ ਗਿਆ। ਜਿਹੜੀਆਂ ਚੰਗੀਆਂ ਚੀਜ਼ਾਂ ਸੀ ਅਸੀਂ ਲੁਕੋ ਕੇ ਰੱਖ ਹਾਂਜੀ। ਅਸੀਂ ਸਰਹੰਦ ਦੀ ਕੰਧ ਨਹੀਂ ਬਚਾ ਸਕੇ, ਅਸੀਂ ਵੋਲਟ ਮਾਰਕਸ ਨਹੀਂ ਬਚਾ ਸਕੇ ਜਿਹੜੇ ਉਹਦਾ ਹੁਣ ਦੇ ਸੀ। ਇੱਥੇ ਵੀ ਮਾਰਬਲ ਲੱਗ ਗਿਆ, ਤੁਸੀਂ ਤਾਂ ਦੇਖਿਆ ਹੋਊਗਾ ਜਾਂ ਹੋਰ ਸੱਜਣ ਹਾਂਜੀ ਛੋਟੀਆਂ ਇੱਟਾਂ ਹੋਣਗੀਆਂ ਇਹ ਉਸਾਰੀ ਵੇਲੇ ਜਾਂ ਕੀ ਸੀ? ਹਾਂ, ਇਹ ਇੱਥੇ ਉੱਪਰੋਂ ਚੂਨੇ ਨਾਲ ਲਿਪਿਆ ਸੀ, ਜਿਵੇਂ ਆਪਾਂ ਪਲਾਸਟਰ ਕਰ ਦਿੰਦੇ ਆ ਉਹਨੂੰ ਉਵੇਂ ਕਵਰ ਵਿੱਚ ਹੀ ਲੈ ਲਿਆ
ਵੈਸੇ ਇਹ ਜਿਹੜੀ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਇੱਥੇ ਹੌਦਾਂ ਬਣੀਆਂ ਸੀ, ਸਾਰਾ ਪਿੰਡ ਇੱਥੋਂ ਪਾਣੀ ਭਰਦਾ ਸੀ, ਚੱਲਦਾ ਰਿਹਾ ਹੈ। ਜੇ ਉਹ ਚੀਜ਼ ਹੁੰਦੀ ਹੈ ਉਹ ਜ਼ਿਆਦਾ ਵਧੀਆ ਚੀਜ਼ ਹੈ। ਇਹਨੂੰ ਭਾਵੇਂ ਆਪਾਂ ਕਿੰਨੇ ਹੀ ਸਾਂਭ ਲਗੇ, ਮਾਰਬਲ ਇਦੋਂ ਮਹਿੰਗਾ ਲੋਕਾਂ ਦੇ ਘਰਾਂ 'ਚ ਲੱਗਿਆ ਹੈ, ਮਾਰਬਲ ਦੀ ਗੱਲ ਨਹੀਂ, ਆਪਾਂ ਤਾਂ ਇਹਨੂੰ ਇੱਕ ਸ਼ਰਧਾ ਵਾਸਤੇ ਇਹਨੂੰ ਬਣਾ ਤਾਂ ਲਿਆ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜੀ। ਹੁਣ ਆ ਪੁਰਾਣੀ ਦਿੱਖ 'ਚ ਹੀ ਚਾਹੀਦਾ ਹੈ। ਤੇ ਹੁਣੇ ਚੱਲਦਾ ਜੀ ਖੂਹ? ਹਾਂ ਬਿਲਕੁਲ ਚੱਲਦਾ। ਮਤਲਬ ਸਮਰਸੀਬਲ ਪਾਇਆ ਹੋਊਗਾ ਤਾਂ ਹੁਣ ਸਮਰਸੀਬਲ ਥੱਲੇ ਬੋਰ ਨਹੀਂ ਕੀਤਾ, ਸਿੱਧਾ ਹੀ ਪਾਇਆ। ਉੱਪਰੋਂ ਹੀ ਚੱਕਿਆ ਹੋਇਆ ਪਾਣੀ। ਉਹ ਥੱਲੇ ਪਹਿਲਾਂ ਬੂਜਲੀ ਲਾ ਕੇ ਜਿਹੜਾ ਪਾਣੀ ਆ ਜਾਂਦਾ ਉੱਪਰ, ਉਸੇ ਤੋਂ ਹੀ ਪਾਣੀ ਉੱਪਰ ਚੱਕੀਦਾ ਹੈ, ਥੱਲੇ ਡੂੰਘਾ ਬੋਰ ਨਹੀਂ ਕੀਤਾ ਹੋਇਆ। ਉਹਨੂੰ ਸ਼ਰਧਾ ਦੇ ਨਾਲ ਲੋਕ ਦੂਰ ਦੂਰ ਲੈ ਕੇ ਜਾਂਦੇ। ਹਾਂ ਉਹ ਚਲੋ ਸੰਗਤ ਦੀ ਸ਼ਰਧਾ ਦੇ ਨਾਲ ਹੋ ਹੀ ਜਾਂਦਾ ਜੀ। ਗੁਰੂ ਘਰ ਤੇ ਉਹਦੇ ਕਹਿੰਦੇ ਮਨ ਨੂੰ ਟੇਕ ਹੁੰਦੀ ਹੈ, ਧਰਵਾਸਾ ਹੋਣਾ ਚਾਹੀਦਾ ਹੈ। ਤੇ ਕਿਤੇ ਵੀ ਗੱਲ ਹੈ, ਕਿਤੇ ਜਾਂਦੇ ਆਪਾਂ ਭਰੋਸੇ ਨਾਲ ਹੀ ਖੜ ਜਾਂਦਾ ਮਨ। ਕਈ ਵਾਰੀ ਬੰਦਾ ਮਾਨਸਿਕ ਤੌਰ ਤੇ ਕਮਜ਼ੋਰ ਹੋਇਆ ਹੁੰਦਾ, ਟੁੱਟਿਆ ਹੁੰਦਾ, ਤਾਂ ਉਹਨੂੰ ਕਿਤੇ ਵੀ ਉਸ ਧਰਮ ਸਥਾਨ ਦਾ, ਗੁਰੂ ਘਰ ਦਾ ਆਸਰਾ ਮਿਲ ਕੇ ਉਹਨੂੰ ਇੱਕ ਮਨ ਨੂੰ ਵੀ ਉਹਨੂੰ ਸਕੂਨ ਮਿਲਦਾ ਹੈ, ਤਸੱਲੀ ਮਿਲਦੀ ਹੈ। ਇਸ ਲਈ ਆਪਣੀ ਮਾਨਤਾ ਜਿਹੜੀ ਸ਼ਰਧਾ ਇਸ ਨੂੰ ਸਾਨੂੰ ਵੀ ਬੜੀ ਤਸੱਲੀ ਮਿਲੀ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਗੁਰਸਿੱਖ ਮੈਨੂੰ ਲੱਗਦਾ ਐਂ ਹੋਣਾ ਚਾਹੀਦਾ। ਤੁਸੀਂ ਦੋਨੇ ਐਸਪੈਕਟਸ ਤੋਂ ਗੱਲ ਕੀਤੀ ਤੇ ਬਹੁਤ ਧੰਨਵਾਦ ਤੁਹਾਡਾ। ਧੰਨਵਾਦ, ਸ਼ੁਕਰੀਆ। ਅਸੀਂ ਗੱਲ ਕਰ ਰਹੇ ਸੀ ਭਾਈ ਮਨਪ੍ਰੀਤ ਸਿੰਘ ਹੋਰਾਂ ਦੇ ਨਾਲ ਭੂਤਾਂ ਵਾਲੇ ਖੂਹ ਦੇ ਬਾਬਤ। ਇਤਿਹਾਸ ਜਿਵੇਂ ਆਇਆ, ਜਿਵੇਂ ਲਿਖਿਆ, ਉਹ ਉਹਨਾਂ ਨੇ ਆਪਣੇ ਨਾਲ ਸਾਂਝਾ ਕੀਤਾ। ਕਿਸੇ ਲੋਕ ਨੂੰ ਕਿੰਤੂ ਪਰੰਤੂ ਵੀ ਹੋ ਸਕਦਾ ਕਿ ਭੂਤਾਂ ਦੀ ਹੋਂਦ ਨਹੀਂ, ਪ੍ਰੇਤਾਂ ਦੀ ਹੋਂਦ ਨਹੀਂ, ਪਰ ਆਹ ਇਤਿਹਾਸ ਹੈ ਜਿਹੜਾ, ਇਹਨੂੰ ਅਣਹੋਂਦ ਨਹੀਂ ਕੀਤਾ ਜਾ ਸਕਦਾ। ਇਹ ਤੁਹਾਡੇ ਸਾਹਮਣੇ ਹੈ। ਕਿਵੇਂ ਲੱਗਿਆ ਇਹ ਤਾਂ ਕਹਿਣਾ ਮੁਸ਼ਕਲ ਹੈ, ਪਰ ਇੱਥੇ ਹੈ ਜ਼ਰੂਰ ਕੁਝ ਜਿਹਦੇ ਕਰਕੇ ਲੋਕਾਂ ਦੀ ਸ਼ਰਧਾ ਜੁੜੀ ਹੈ, ਤੇ ਇਹ ਖੂਹ ਹੈ। ਮੈਂ ਸੁਖਨੈਬ ਸਿੰਘ ਸਿੱਧੂ ਭਗਤਾ ਭਾਈ ਤੋਂ ਤੁਹਾਡੇ ਨਾਲ ਸ਼ਾਮਲ ਸੀ। ਆਉਣ ਵਾਲੇ ਦਿਨਾਂ 'ਚ ਕਿਸੇ ਹੋਰ ਇਤਿਹਾਸਿਕ ਸਥਾਨ ਦੀ ਯਾਤਰਾ ਕਰਾਵਾਂਗੇ। ਬਹੁਤ ਧੰਨਵਾਦ।